ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੇ ਮਾਮਲੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰੈਸ ਕਾਨਫਰੰਸ ਕਰ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਅਤੇ ਇਸ ਸਾਰੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਜਾ ਰਿਹਾ ਹੈ ਅਤੇ ਇੱਕ ਆਵਾਜ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿਰਫ ਇੱਕੋ ਸਵਾਲ ਤੋਂ ਬਚਣ ਦੇ ਲਈ ਦਿੱਤਾ ਅੰਜਾਮ ਦੱਸ ਰਹੀ ਹੈ। ਉਹ ਸਵਾਲ ਹੈ ਕਿ ਅਦਾਲਤ ਕੰਪਨੀ ਕੋਲ 20 ਕਰੋੜ ਰੁਪਇਆ ਕਿੱਥੋਂ ਆਇਆ। ਜ਼ਿਲ੍ਹਾ ਪਠਾਨਕੋਟ ਦੇ ਤਿੰਨੋਂ ਹਲਕਿਆਂ ਵਿੱਚ ਵੱਖ-ਵੱਖ ਜਗ੍ਹਾ ਤੇ ਪ੍ਰੈਸ ਕਾਨਫਰੰਸ ਕਰ ਸਵਾਲ ਚੁੱਕੇ ਗਏ ਹਨ। ਕਾਂਗਰਸ ਭਵਨ ਸੁਜਾਨਪੁਰ ਤੋਂ ਮੌਜੂਦਾ ਵਿਧਾਇਕ ਨਰੇਸ਼ ਪੁਰੀ ਸੁਜਾਨਪੁਰ ਵਿਖੇ ਅਤੇ ਹਲਕਾ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਆਪਣੇ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਆਯੋਜਿਤ ਕਰਵਾਇਆ ਗਿਆ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਦੇਸ਼ ਦੇ ਵਿੱਚ ਰਾਹੁਲ ਜੀ ਨਾਲ ਜਿਹੜਾ ਧੱਕਾ ਹੋਇਆ, ਉਹਦੇ ਰੋਸ ਪ੍ਰਦਰਸ਼ਨ ਦੇ ਅਸੀਂ ਕੀਤੇ ਆ, ਧਰਨੇ ਲਾਏ ਆ, ਔਰ ਉਸੇ ਕੜੀ ਦੇ ਤਹਿਤ ਅੱਜ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਖੇਚਲ ਦਿੱਤੀ ਹੈ ਕਿ ਜਿਹੜਾ ਇਹ ਮੈਸੇਜ ਹੈ ਕਿ ਰਾਹੁਲ ਜੀ ਨਾਲ ਕੀ ਵਾਪਰਿਆ, ਉਹਨਾਂ ਨਾਲ ਕੀ ਧੱਕਾ ਹੋਇਆ ਦੇਸ਼ ਦੇ ਵਿੱਚ, ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡੇ ਮਾਧਿਅਮ ਰਾਹੀਂ ਇਹ ਆਵਾਜ਼ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ। ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਰਾਹੁਲ ਜੀ ਨੂੰ ਅਲਟੀਮੇਟਮ ਦਿੱਤਾ ਕਿ 22 ਅਪ੍ਰੈਲ ਤੱਕ ਉਹ ਆਪਣਾ ਬੰਗਲਾ ਖਾਲੀ ਕਰ ਦੇਣ। ਮੈਂ ਮੰਨਣਾ ਕਿ ਜੋ ਉਹਨਾਂ ਨੇ ਜਦੋਂ ਕੋਈ ਮੀਟਿੰਗ ਕਰ ਰਹੇ ਸੀ, ਉਹਨਾਂ ਦੇ ਮੂੰਹ ਦੇ ਵਿੱਚੋਂ ਕੋਈ ਐਸਾ ਕੋਈ ਸ਼ਬਦ ਨਿਕਲ ਗਿਆ ਹੋਇਆ ਜਿਹਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ, ਪਰ ਉਹਨਾਂ ਦੀ ਮਨਸ਼ਾ ਬਿਲਕੁਲ ਇਹ ਨਹੀਂ ਸੀ ਕਿ ਕਿਸੇ ਜਾਤੀ ਜਾਂ ਕਿਸੇ ਕਮਿਊਨਿਟੀ ਦੇ ਖਿਲਾਫ ਬੋਲਣਾ। ਉਹਨਾਂ ਨੇ ਵਰਬਲੀ ਇੱਦਾਂ ਗੱਲ ਕੀਤੀ ਕਿ ਇਹ ਸਾਰੇ ਮੋਦੀ ਕਿਉਂ ਹੈ। ਉਹਨਾਂ ਨੇ ਮੋਦੀਆਂ ਬਾਰੇ ਕੋਈ ਗੱਲ ਨਹੀਂ ਕੀਤੀ ਜਿੱਥੋਂ ਤੱਕ ਮੇਰੀ ਨੌਲੇਜ 'ਚ ਆਇਆ। ਚਲੋ ਜੇ ਕੋਈ ਇੱਦਾਂ ਦੀ ਗੱਲ ਹੋਈ ਹੈ, ਡੈਫੇਮੇਸ਼ਨ ਸੂਟ ਫਾਈਲ ਹੋਇਆ, ਰਾਹੁਲ ਜੀ ਨੂੰ ਸਜ਼ਾ ਹੋਈ ਹੈ, ਬਟ ਉਹਨਾਂ ਦੀ ਮੈਂਬਰਸ਼ਿਪ ਕੈਂਸਲ ਕਰਨ ਔਰ ਉਹਨਾਂ ਨੂੰ ਬੰਗਲਾ ਖਾਲੀ ਕਰਵਾਉਣ ਦੇ ਵਿੱਚ ਸਾਫ਼ ਇਹ ਝਲਕ ਰਿਹਾ ਹੈ ਕਿ ਉਹਨਾਂ ਨਾਲ ਵੈਂਡੇਟਾ ਦੀ ਪੋਲਿਟਿਕਸ ਹੋ ਰਹੀ ਹੈ। ਮੈਂ ਦੱਸਣਾ ਚਾਹਾਂਗਾ ਕਿ 13 ਅਪ੍ਰੈਲ 2019 ਨੂੰ ਤੇ ਭਾਸ਼ਣ ਦੇ ਦੌਰਾਨ ਉਹਨਾਂ ਨੇ ਇਹ ਸ਼ਬਦ ਕਹੇ ਸੀ। 16 ਅਪ੍ਰੈਲ ਨੂੰ ਬੀਜੇਪੀ ਦੇ ਇੱਕ ਵਿਧਾਇਕ ਹੈ ਪੁਰਨੇਸ਼ ਭੂਤਾਵਾਲਾ, ਜਿਨ੍ਹਾਂ ਨੇ ਆਪਣੇ ਨਾਲ ਬਾਅਦ 'ਚ ਮੋਦੀ ਲਗਾ ਲਿਆ। ਉਹਨਾਂ ਨੇ ਇਹਨਾਂ ਤੇ ਮਾਨਹਾਨੀ ਦਾ ਦਾਅਵਾ ਕੀਤਾ ਔਰ 29 ਅਕਤੂਬਰ ਨੂੰ ਰਾਹੁਲ ਗਾਂਧੀ ਜੀ ਨੇ ਆਪਣਾ ਸੂਰਤ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਤੇ 7 ਮਾਰਚ ਨੂੰ ਸ਼ਿਕਾਇਤਕਰਤਾ ਨੇ ਗੁਜਰਾਤ ਹਾਈ ਕੋਰਟ ਕੋਲੋਂ ਮੰਗ ਕੀਤੀ ਕਿ ਇਸ ਕੇਸ ਤੇ ਸਟੇ ਦੇ ਦਿੱਤਾ ਜਾਏ ਤੇ 7 ਫਰਵਰੀ 2023 ਦੇ ਵਿੱਚ ਉਹਨਾਂ ਨੇ ਰਾਹੁਲ ਜੀ ਨੇ ਲੋਕ ਸਭਾ ਦੇ ਵਿੱਚ ਅਡਾਨੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਸੰਬੰਧਾਂ ਦੇ ਵਿੱਚ ਉਹਨਾਂ ਨੇ ਆਪਣੀ ਆਵਾਜ਼ ਉਠਾਈ। 16 ਫਰਵਰੀ 2023 ਦੇ ਵਿੱਚ ਜਿਹੜਾ ਸ਼ਿਕਾਇਤਕਰਤਾ ਸੀ ਭੂਤਾਵਾਲਾ, ਉਹਨਾਂ ਨੇ 1 ਸਾਲ ਬਾਅਦ ਰਾਹੁਲ ਗਾਂਧੀ ਜੀ ਇਸ ਭਾਸ਼ਣ ਦੇ 9 ਦਿਨਾਂ ਬਾਅਦ ਗੁਜਰਾਤ ਹਾਈ ਕੋਰਟ ਨੂੰ ਇੱਕ ਰਿਕੁਐਸਟ ਲੈਟਰ ਦਿੱਤੀ ਕਿ ਇਹ ਜਿਹੜਾ ਸਟੇ ਹੈ ਇਹਨੂੰ ਖਾਰਿਜ ਕੀਤਾ ਜਾਏ। ਉਹਨੇ ਆਪਣੀ ਉਹ ਜਿਹੜੀ ਬੇਨਤੀ ਸਟੇ ਦੀ ਸੀ ਉਹ ਵਾਪਸ ਲੈ ਲਈ। 27 ਫਰਵਰੀ 2023 ਨੂੰ ਅਦਾਲਤ ਦੇ ਵਿੱਚ ਮੁੜ ਕੇ ਜਿਹੜਾ ਪ੍ਰੋਸੀਡਿੰਗ ਸਟਾਰਟ ਹੋ ਗਈ, ਸੁਣਵਾਈ ਸਟਾਰਟ ਹੋ ਗਈ ਔਰ 23 ਮਾਰਚ ਨੂੰ 1 ਮਹੀਨੇ ਦੇ ਘੱਟ ਟਾਈਮ ਤੋਂ ਹੇਠਲੀ ਅਦਾਲਤ ਨੇ ਰਾਹੁਲ ਗਾਂਧੀ ਜੀ ਨੂੰ ਦੋਸ਼ੀ ਠਹਿਰਾਤਾ। ਆਜ਼ਾਦ ਭਾਰਤ ਵਿੱਚ ਇਹ ਪਹਿਲੀ ਵਾਰੀ ਇਹ ਮਸਲਾ ਹੋਇਆ ਕਿ ਮਾਨਹਾਨੀ ਦੇ ਕੇਸ ਦੇ ਵਿੱਚ ਕਿਸੇ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੋਵੇ। ਪਰ ਮੈਂ ਦੱਸਣਾ ਚਾਹਾਂਗਾ ਕਿ ਭਾਜਪਾ ਦੇ ਜਿਹੜੇ ਬੀਜੇਪੀ ਦੇ 55% ਜਿਹੜੇ ਐਸੇ ਐਮਪੀ ਹੈ ਜਿਨ੍ਹਾਂ ਦੇ ਬੜੇ ਕੋਈ ਕ੍ਰਿਮੀਨਲ ਮਤਲਬ ਬੈਕਗਰਾਉਂਡ ਜਾਂ ਕੋਈ ਐਸੇ ਕੇਸ ਚੱਲ ਰਹੇ ਹੈ ਜਿਹੜੇ ਸੰਗੀਨ ਅਪਰਾਧ ਹੈ, ਪਰ ਉਹਨਾਂ ਦੇ ਕੋਈ ਐਸੀ ਕਾਰਵਾਈ ਨਹੀਂ ਹੋਈ ਹੈ, ਸਿਰਫ ਰਾਹੁਲ ਜੀ ਤੇ ਹੋਈ ਹੈ। ਮੈਂ ਸਾਰੇ ਮੀਡੀਆ ਦੇ ਰਾਹੀਂ ਸਾਰੇ ਕਾਂਗਰਸੀ ਸਾਰੇ ਵਰਕਰ ਅਸੀਂ ਇਕੱਠੇ ਹੋ ਕੇ ਮੋਦੀ ਜੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਮੇਸ਼ਾ ਸੱਤਾ ਕੋਲ ਨਹੀਂ ਰਹਿਣੀ। ਜਿਸ ਤਰ੍ਹਾਂ ਕਿ ਤੁਸੀਂ ਕਹਾਵਤ ਸੁਣੀ ਹੈ ਕਿ ਸਦਾ ਨਹੀਂ ਬਾਗੇ ਬੁਲਬੁਲ ਬੋਲੇ, ਸਦਾ ਨਹੀਂ ਮੌਜ ਬਹਾਰਾਂ। ਇਹ ਸਦਾ ਜਿਹੜੀ ਹੈ ਤਾਕਤ ਹੈ ਰਾਜਨੀਤੀ ਦੀ, ਇਹ ਰਹਿਣੀ ਨਹੀਂ, ਪਰ ਕੰਮ ਉਹ ਕਰੀਏ ਜਿਹਦੀ ਖੁਸ਼ਬੂ ਸਾਡੇ ਜਾਣ ਤੋਂ ਬਾਅਦ ਵੀ ਰਵੇ। ਰਾਹੁਲ ਜੀ ਦੀ ਸੁਰੱਖਿਆ ਜਿਹੜੀ ਹੈ ਦੇਸ਼ ਦੀ ਜ਼ਿੰਮੇਵਾਰੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਕਾਫੀ ਥ੍ਰੈਟ ਦੇ ਵਿੱਚ ਹੈ। ਜੇ ਉਹਨਾਂ ਕੋਲੋਂ ਬੰਗਲਾ ਖਾਲੀ ਕਰ ਲਾਂਗੇ, ਕੱਲ੍ਹ ਨੂੰ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲੈਣਗੇ। ਉਹਨਾਂ ਦੀ ਮੈਂਬਰਸ਼ਿਪ ਖੋਲੀ ਹੈ ਛੋਟੇ ਜਿਹੇ ਕੇਸ ਦੇ ਵਿੱਚ, ਉਹਨਾਂ ਨੂੰ ਕੋਰਟ ਦੇ ਮੈਂ ਉਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਕਿ ਮਾਨਨੀय ਕੋਰਟ ਨੇ ਕੀ ਦੇਖ ਕੇ ਸਜ਼ਾ ਦਿੱਤੀ ਹੈ, ਇਹ ਉਹਨਾਂ ਦਾ ਕੰਮ ਸੀ। ਠੀਕ ਹੈ, ਰਾਹੁਲ ਜੀ ਕਹਿੰਦੇ ਮੈਂ ਹਰ ਟਰਾਇਲ ਤੋਂ ਗੁਜ਼ਰਨ ਨੂੰ ਤਿਆਰ ਹਾਂ ਔਰ ਘੱਟੋ ਘੱਟ ਇਹਨਾਂ ਨੂੰ ਚਾਹੀਦਾ ਸੀ ਪਾਰਲੀਮੈਂਟ ਨੂੰ ਕਿ ਉਹਨਾਂ ਨੂੰ 90 ਦਿਨ ਦਾ ਜਿਹੜਾ ਟਾਈਮ ਹੈ ਅਪੀਲ ਕਰਨ ਦਾ। ਅਗਰ ਉਹਨਾਂ ਨੂੰ ਹਾਇਰ ਕੋਰਟਸ ਜਿਹੜੀਆਂ ਉਹਨਾਂ ਨੂੰ ਰਿਲੀਫ ਦਿੰਦੀਆਂ ਤੇ ਉਹਨਾਂ ਦੀ ਮੈਂਬਰਸ਼ਿਪ ਰਹਿੰਦੀ, ਨਹੀਂ ਦਿੰਦੀਆਂ ਰਿਲੀਫ ਤੇ ਕੈਂਸਲ ਹੋ ਜਾਂਦੀ। ਮੈਂ ਤੁਹਾਡੇ ਰਾਹੀਂ ਇਹੋ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸਰਕਾਰ ਨੇ ਰਾਹੁਲ ਜੀ ਨਾਲ ਧੱਕਾ ਕੀਤਾ ਇਹ ਨਿੰਦਨੀय ਹੈ। ਸਾਰੀ ਆਪੋਜੀਸ਼ਨ ਪਾਰਟੀਆਂ ਆਲਮੋਸਟ ਇਕੱਠੀਆਂ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਕੀਤਾ, ਰੋਸ ਦਾ ਮੁਜ਼ਾਹਰਾ ਕੀਤਾ। ਉਸ ਤੋਂ ਬਾਅਦ ਅੱਜ ਪਤਾ ਲੱਗਾ ਕਿ ਬੀਜੇਪੀ ਦੇ ਐਮਪੀਆਂ ਨੇ ਵੀ ਕੋਈ ਉੱਥੇ ਕੀਤਾ। ਮੈਂ ਇਹੋ ਕਹਿਣਾ ਚਾਹਾਂਗਾ ਕਿ ਰਾਹੁਲ ਜੀ ਨਾਲ ਜਿਹੜਾ ਧੱਕਾ ਇਹ ਲੋਕਤੰਤਰ ਦਾ ਘਾਣ ਹੈ
ਔਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਬਣਾਇਆ ਸੀ ਉਹਦੇ ਨਾਲ ਇਹ ਧੱਕਾ ਕਰ ਰਿਹਾ। ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਆਪਣੇ ਜਨਤਾ ਨੂੰ, ਲੋਕਾਂ ਨੂੰ ਇਹੋ ਹੀ ਅਵੇਅਰ ਕਰਨਾ ਚਾਹੁੰਦਾ ਕਿ ਰਾਹੁਲ ਜੀ ਦੇ ਨਾਲ ਜੋ ਧੱਕਾ ਹੋਇਆ ਉਹ ਮਿਸਿਸ ਗਾਂਧੀ ਨਾਲ ਵੀ ਕਿਸੇ ਜ਼ਮਾਨੇ ਦੇ ਵਿੱਚ ਹੋਇਆ ਸੀ, ਔਰ ਉਸ ਧੱਕੇ ਤੋਂ ਬਾਅਦ ਇੰਦਰਾ ਜੀ ਬੜੀ ਤਾਕਤ ਦੇ ਵਿੱਚ ਆਏ ਔਰ ਦੇਸ਼ ਤੇ ਉਹਨਾਂ ਨੇ ਦੁਬਾਰਾ ਰਾਜ ਕੀਤਾ। ਬਹੁਤ ਬਹੁਤ ਧੰਨਵਾਦ। ਕੀ ਰਣਨੀਤੀ ਕੀ ਰਹੇਗੀ ਕਿ ਦੁਬਾਰਾ ਇਸ ਮਸਲੇ ਨੂੰ ਸਹੀ ਕਰਾਉਣ ਦੇ ਵਿੱਚ ਕੀ ਤੁਹਾਡਾ ਅਗਲੇ ਕਾਂਗਰਸ ਦੀ ਪੂਰੀ ਭਾਰਤ ਦੇ ਵਿੱਚ ਰਣਨੀਤੀ ਹੈ? ਦੇਖੋ ਜੀ, ਉੱਪਰਲੇ ਲੈਵਲ ਤੇ ਇਹ ਸਾਰੀ ਪ੍ਰੋਸੀਡਿੰਗਸ ਚੱਲ ਰਹੀਆਂ, ਪਰ ਅਗਰ ਰਾਹੁਲ ਜੀ ਇਸ ਗੱਲ ਤੇ ਰਾਜੀ ਹੁੰਦੇ ਆ ਕਿ ਮੈਂ ਕੋਰਟ ਦੇ ਵਿੱਚ, ਵੱਡੀ ਕੋਰਟ ਦੇ ਵਿੱਚ ਫਾਈਲ ਕਰਾਂ ਆਪਣਾ ਜੋ ਉਹਨਾਂ ਨੂੰ ਸਜ਼ਾ ਹੋਈ ਹੈ ਉਹਦੇ ਅਗੇਂਸਟ, ਤੇ ਠੀਕ ਹੈ, ਜਦੋਂ ਦਿਸ਼ਾ ਨਿਰਦੇਸ਼ ਹੋਣਗੇ ਸਾਨੂੰ AICC ਦੇ, PCC ਦੇ, ਰਾਹੁਲ ਜੀ ਦੇ ਹੱਕਾਂ ਦੀ ਲੜਾਈ ਜ਼ਰੂਰ ਲੜਾਂਗੇ। ਜਿਹੜੀ ਅੱਜ ਪ੍ਰੈਸ ਮੀਟਿੰਗ ਆਪਣੇ ਕਾਂਗਰਸ ਕਾਰਿਆਲੇ ਆਪਾਂ ਰੱਖੀ ਹੈ, ਪਹਿਲੇ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਥੈਂਕਸ ਕਰਦਾ, ਔਰ ਖਾਸ ਤੌਰ 'ਤੇ ਸਾਡੇ ਜਿਹੜੇ ਮੁੱਖ ਅਤਿਥੀ ਨੇ, ਕਾਲਮ ਸਾਹਿਬ ਸਾਡੀ ਪਾਰਟੀ ਦੇ ਸਪੋਕਸਮੈਨ ਨੇ, ਹਾਈ ਕਮਾਂਡ ਨੇ ਇਹਨਾਂ ਦੀ ਡਿਊਟੀ ਲਗਾਈ ਹੈ। ਹਰ ਕੌਂਸਟੀਚੁਐਂਸੀ ਦੇ ਵਿੱਚ ਸਾਡੇ ਹਾਈ ਕਮਾਂਡ ਤੋਂ ਉੱਤੋਂ ਡਿਊਟੀਆਂ ਲੱਗੀਆਂ ਨੇ, ਤੋਂ ਆਪਣੀ ਡਿਊਟੀ ਦੇ ਰਹੇ ਆ। ਉਹ ਡਿਊਟੀ ਦਾ ਮੀਨਿੰਗ ਇਹ ਹੈ ਵੀ ਜਿਹੜਾ ਰਾਹੁਲ ਗਾਂਧੀ ਦੀ ਪਾਰਲੀਮੈਂਟਸ਼ਿਪ ਜਿਹੜੀ ਖਤਮ ਕੀਤੀ ਗਈ ਆ, ਉਹਦੇ ਸੰਬੰਧ ਦੇ ਵਿੱਚ ਪਰ ਕੌਂਸਟੀਚੁਐਂਸੀ ਔਰ ਕੌਂਸਟੀਚੁਐਂਸੀ ਦੇ ਜਿੰਨੇ ਪਿੰਡ ਹੈ ਉਹਦੇ ਵਿੱਚ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾਣੀਆਂ ਨੇ, ਔਰ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਪ੍ਰੈਸ ਦੇ ਵਿੱਚ ਜਿਹੜੇ ਬਿਆਨ ਦੇ ਰਹੇ ਹਾਂ। ਤੇ ਮੇਰੇ ਸਾਰੇ ਲੋਕਾਂ ਅੱਗੇ, ਪੂਰੇ ਦੇਸ਼ ਦੇ ਲੋਕਾਂ ਅੱਗੇ ਬੇਨਤੀ ਹੈ, ਪ੍ਰਾਰਥਨਾ ਹੈ, ਇਹ ਜਿਹੜਾ ਰਾਹੁਲ ਗਾਂਧੀ ਦੇ ਨਾਲ ਧੱਕਾ ਹੋਇਆ ਹੈ, ਸਾਡੀ ਪਾਰਟੀ ਨਾਲ ਜਿਹੜਾ ਧੱਕਾ ਹੋਇਆ ਹੈ, ਉਹਦੇ ਸੰਬੰਧ ਵਿੱਚ ਆਪਾਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਸਾਡਾ ਜਿਹੜਾ ਦੇਸ਼ ਹੈ, ਇਹ ਸਾਡਾ ਦੇਸ਼ ਹੈ, ਇਹਦੇ ਵਿੱਚ ਹੀ ਲੋਕਤੰਤਰ ਹੈ। ਅੱਜ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ। ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਸੀ, ਸਾਡੀ ਪਾਰਟੀ ਨੇ ਸਰਸਾ ਰਾਜ ਕੀਤਾ ਹੈ। ਕਦੀ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਕਿ ਜਿਹਦੇ ਵਿੱਚ ਲੋਕਤੰਤਰ ਨੂੰ ਨੁਕਸਾਨ ਹੋਏ, ਜਿਹਦੇ ਵਿੱਚ ਲੋਕਾਂ ਨੂੰ ਨੁਕਸਾਨ ਹੋਏ। ਉਹ ਕਦੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ। ਅੱਜ 9 ਸਾਲ BJP ਦੀ ਸਰਕਾਰ ਆਏ ਦੇ ਹੋ ਗਈ। ਹਰ ਰੋਜ਼ ਨਵੇਂ ਤੋਂ ਨਵੇਂ ਪੰਗੇ ਪਾਏ ਜਾ ਰਹੇ। ਇਹਨਾਂ ਦੀ ਮਨਸ਼ਾ ਇੱਕੋ ਹੀ ਹੋ ਗਈ ਹੈ ਕਿ ਕੋਈ ਵੀ ਵਿਪਕਸ਼ ਦੀ ਪਾਰਟੀ ਜਿਹੜੀ ਹੈ ਉਹਨੂੰ ਉੱਠਣ ਨਾ ਦਿੱਤਾ ਜਾਏ, ਉਹਨੂੰ ਵਿਧਾਨ ਸਭਾ ਹੈ, ਪਾਰਲੀਮੈਂਟ ਹੋਏ, ਰਾਜ ਸਭਾ ਹੈ, ਉਹਦੇ ਵਿੱਚ ਕੁਐਸਚਨ ਪੁੱਟ ਕੀਤਾ ਨਾ ਜਾਏ। ਜਿੱਦਾਂ ਰਾਹੁਲ ਗਾਂਧੀ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਅਡਾਨੀ ਦੇ ਉੱਤੇ ਕੁਐਸਚਨ ਪੁੱਟ ਕੀਤਾ ਹੈ। ਅਡਾਨੀ ਦਾ ਤੇ ਨਰਿੰਦਰ ਮੋਦੀ ਦਾ ਸੰਬੰਧ ਕੀ ਹੈ? ਜਿਹੜਾ 20,000 ਕਰੋੜ ਰੁਪਏ ਦੀ ਗੱਲ ਚੱਲ ਰਹੀ ਹੈ, ਉਹ ਜਿਹੜੇ ਪਾਰਲੀਮੈਂਟ ਦੇ ਵਿੱਚ ਇਹੋ ਜਿਹੇ ਮੁੱਦੇ ਰਾਹੁਲ ਗਾਂਧੀ, ਜਦੋਂ ਇਹ ਪਹਿਲਾ ਇੱਕ ਆਦਮੀ ਹੈ ਜਿਹੜਾ ਰਾਹੁਲ ਗਾਂਧੀ ਨਿਡਰ ਹੋ ਕੇ ਪੂਰੇ ਕੁਐਸਚਨ ਪੁੱਟ ਕਰਦਾ, ਕੋਈ ਵੀ ਪਾਰਟੀ ਕੁਐਸਚਨ ਨਹੀਂ ਪੁੱਟ ਕਰਦੀ। ਤੇ ਰਾਹੁਲ ਗਾਂਧੀ ਨੂੰ ਇਹ ਬੋਲਣ ਦੇ ਉੱਤੇ ਉਹਦੇ ਤੇ ਬੈਨ ਲਾਇਆ ਜਾ ਰਿਹਾ। ਉਹਦੇ ਦੇਖੋ, ਉਹਦੀ ਰਾਜ ਸਭਾ ਦੀ ਪਾਰਲੀਮੈਂਟ ਦੀ ਜਿਹੜੀ ਹੈ MP ਦੀ ਸਦੱਸਤਾ ਰੱਦ ਕੀਤੀ ਗਈ ਹੈ। ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਨਾ ਪੁੱਟ ਕਰੇ। ਜੇ ਉਹਦੇ ਉੱਤੇ ਇਹ ਗੱਲ ਕਹੀ ਗਈ ਹੈ, ਚੋਰ ਦੀ ਗੱਲ ਲੈ ਲਓ, ਤੇ ਰਾਹੁਲ ਗਾਂਧੀ ਨੇ ਤੇ ਤਿੰਨੋਂ ਬੰਦਿਆਂ ਦਾ ਨਾਂ ਲਿਆ, ਉਹਨੇ ਕਿਸੇ ਸਾਰੇ ਸਮਾਜ ਦਾ ਨਾਂ ਤੇ ਲਿਆ ਹੀ ਨਹੀਂ। ਤੇ ਜਿਸ ਆਦਮੀ ਨੇ ਕੇਸ ਕੀਤਾ ਹੈ, ਉਸ ਆਦਮੀ ਦਾ ਤੇ ਨਾਂ ਹੀ ਨਹੀਂ ਲਿਆ। ਜਿਸ ਆਦਮੀ ਨੇ ਨਾਂ ਲਿਆ ਹੁੰਦਾ, ਮਾਨਹਾਨੀ ਦਾ ਦਾਅਵਾ ਬੇਸਿਕਲੀ ਉਹ ਬੰਦਾ ਕਰ ਸਕਦਾ। ਜਿਹਨਾਂ ਬੰਦੇ ਨਾਂ ਲਿਆ ਉਹਨਾਂ ਦਾ ਮਾਨਹਾਨੀ ਦਾ ਦਾਅਵਾ ਹੀ ਨਹੀਂ ਕੀਤਾ। ਮਾਨਹਾਨੀ ਦਾ ਦਾਅਵਾ ਕਿਹਨੇ ਕੀਤਾ? ਗੱਲ ਕਿਸੇ ਸਟੇਟ ਦੀ ਚੱਲ ਰਹੀ ਹੈ ਤੇ ਕੇਸ ਕਿਸੇ ਹੋਰ ਸਟੇਟ 'ਚ ਹੋ ਰਿਹਾ, ਔਰ 48 ਘੰਟਿਆਂ ਦੇ ਵਿੱਚ ਸਾਰਾ ਐਪੀਸੋਡ ਜਿਹੜਾ ਹੈ ਪੂਰਾ ਕਰਤਾ ਗਿਆ। ਜੇ ਅਸੀਂ BJP ਦੇ ਉੱਤੇ ਸਵਾਲ ਉਠਾ ਰਹੇ ਹਾਂ ਤੇ ਇਹ ਤਾਂ ਬਿਲਕੁਲ ਸੱਚ ਸਾਬਤ ਹੋ ਰਿਹਾ ਹੈ ਕਿ 48 ਘੰਟਿਆਂ ਦੇ ਵਿੱਚ ਸਾਰਾ ਐਪੀਸੋਡ ਪੂਰਾ ਕਰਤਾ। 2 ਦਿਨ ਦੇ ਬਾਅਦ ਉਹਦੀ ਕੋਠੀ ਵੀ ਰਾਹੁਲ ਗਾਂਧੀ ਦੀ ਖਾਲੀ ਕਰਾ ਰਹੇ ਨੇ। ਤੇ ਇਹ ਸਿੱਧਾ ਸਿੱਧਾ ਸਾਬਤ ਹੋ ਰਿਹਾ ਕਿ ਜੋ ਕੁਝ ਵੀ ਕਰਾ ਰਹੀ ਹੈ ਉਹ BJP ਹੀ ਕਰਾ ਰਹੀ ਹੈ। ਤੇ ਇਹਦੇ ਬਾਰੇ ਸਾਰਾ ਵਿਸਤਾਰ 'ਚ ਸਾਡੇ ਸਪੋਕਸਮੈਨ ਕਾਲੂ ਸਾਹਿਬ ਆਏ ਨੇ, ਇਹ ਪੂਰੀ ਡਿਟੇਲ 'ਚ ਤੁਹਾਨੂੰ ਸਾਰੇ ਦੱਸ ਦੇਣਗੇ। ਫਿਰ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਤੁਹਾਡੇ ਸਾਰੇ ਪੱਤਰਕਾਰਾਂ ਦਾ ਦਿਲ ਦੀ ਗਹਿਰਾਈਆਂ ਤੋਂ
ਥੈਂਕਸ ਹੈ ਵੀ ਤੁਸੀਂ ਸਾਰੇ ਇੱਕ ਸੱਦੇ ਦੇ ਮਿੰਟ 'ਚ ਆ ਗਏ ਹੋ। ਬਹੁਤ ਬਹੁਤ ਤੁਹਾਡਾ ਥੈਂਕਸ ਹੈ। ਜੈ ਹਿੰਦ। ਇਸ ਤਰ੍ਹਾਂ ਕਿ ਅੱਜ ਤੁਹਾਨੂੰ ਪਤਾ ਸਾਡੇ ਪੰਜਾਬ ਦੇ ਪ੍ਰਵਕਤਾ ਸਾਡੇ ਟੀਨਾ ਚੌਧਰੀ ਜੀ ਨੇ ਤੁਹਾਨੂੰ ਬੜੀ ਤਫਸੀਲ ਨਾਲ ਇਸ ਕੇਸ ਦੇ ਬਾਰੇ ਦੱਸਿਆ। ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦਾ ਵਾਂ ਵੀ ਅੱਜ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਜਿਸ ਤਰ੍ਹਾਂ ਕਿ ਤੁਹਾਡੇ 'ਚੋਂ ਹੀ ਇੱਕ ਪੱਤਰਕਾਰ ਭਰਾ ਨੇ ਸਵਾਲ ਕੀਤਾ ਵੀ ਕਿਆ ਅਸੀਂ ਕੋਰਟ ਦੇ ਡਿਸੀਜਨ ਨੂੰ ਨਹੀਂ ਮੰਨਦੇ। ਤੁਸੀਂ ਇਹ ਦੇਖੋ, ਅੱਜ ਕੋਰਟ 'ਚ ਕੋਈ ਵੀ ਇੱਕ ਕੇਸ ਵੀ ਲਗਾਉਂਦੇ ਆ ਤਾਂ ਉਹਦੀ 2-2 3-3 ਮਹੀਨੇ ਦੀ ਤਰੀਕ ਹੀ ਮਿਲਦੀ ਆ। ਔਰ ਜਿਸ ਤਰੀਕੇ ਨਾਲ ਆਨਨ ਫਾਨਨ 'ਚ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਰਾਹੁਲ ਗਾਂਧੀ ਜੀ ਦੇ ਕੇਸ ਦੇ ਉੱਤੇ ਉਹਨਾਂ ਨੇ ਫੈਸਲਾ ਦਿੱਤਾ ਗਿਆ ਔਰ ਆਨਨ ਫਾਨਨ 'ਚ ਉਹਨਾਂ ਦੀ ਸੰਸਦ ਦੀ ਸਦੱਸਤਾ ਨੂੰ ਰੱਦ ਕੀਤਾ ਗਿਆ। ਇਹ ਸ਼ੱਕ ਪੈਦਾ ਕਰਦਾ ਵੀ ਇਹ ਜਿਹੜਾ ਇਹਦੇ 'ਚ ਕਨਸਪੀਰੇਸੀ ਹੋਈ ਹੈ, ਸਾਜ਼ਿਸ਼ ਹੋਈ ਆ। ਔਰ ਮੈਂ ਸਮਝਦਾ ਵੀ ਜਿਸ ਸਾਜ਼ਿਸ਼ ਦੇ ਤਹਿਤ ਰਾਹੁਲ ਗਾਂਧੀ ਜੀ ਨਾਲ ਧੱਕਾ ਕੀਤਾ ਜਾ ਰਿਹਾ, ਹਿੰਦੁਸਤਾਨ ਦੀ ਲੋਕਤੰਤਰ ਨੂੰ ਬੁਰੀ ਤਰ੍ਹਾਂ ਦਬਾਇਆ ਜਾ ਰਿਹਾ। ਤੁਸੀਂ ਦੇਖੋ, ਤੁਹਾਡੇ ਸਾਹਮਣੇ ਹੀ ਹੈ, ਜਦੋਂ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਅਡਾਨੀਆਂ ਦੇ ਖਿਲਾਫ ਸਵਾਲ ਚੁੱਕੇ, ਬੇਰੁਜ਼ਗਾਰੀ ਦੇ ਉੱਤੇ ਸਵਾਲ ਚੁੱਕੇ, ਮਹਿੰਗਾਈ ਦੇ ਉੱਤੇ ਸਵਾਲ ਚੁੱਕੇ, ਤੇ ਕਿਸੇ ਨੇ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਔਰ ਭਾਰਤ ਜੋੜੋ ਯਾਤਰਾ ਜਿਸ ਤਰੀਕੇ ਨਾਲ ਕਾਮਯਾਬ ਹੋਈ ਆ, ਉਹਦੇ ਤੋਂ ਬੀਜੇਪੀ ਸਰਕਾਰ ਨੂੰ ਲੱਗਾ ਵੀ ਸਾਡਾ ਆਉਣ ਵਾਲਾ ਸਮੇਂ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹਨਾਂ ਕੋਲੋਂ ਰਾਹੁਲ ਜੀ ਦੀ ਲੋਕਪ੍ਰਿਯਤਾ ਦੇਖੀ ਨਹੀਂ ਗਈ। ਔਰ ਉਹਨਾਂ ਨੇ ਆਨਨ ਫਾਨਨ 'ਚ ਇਸ ਤਰ੍ਹਾਂ ਦਾ ਇੱਕ ਡਿਸੀਜਨ ਲੈ ਕੇ, ਇੱਕ ਸਾਜ਼ਿਸ਼ ਕਰਕੇ ਉਹਨਾਂ ਦੀ ਸੰਸਦ ਸਦੱਸਤਾ ਜਿਹੜੀ ਰੱਦ ਕੀਤੀ ਆ। ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹਿੰਦੁਸਤਾਨ ਨੂੰ ਕਿ ਆਪਣੇ ਦੇਸ਼ ਨੂੰ, ਸਟੇਟ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ, ਅਸੀਂ ਇਸ ਮੁੱਦੇ ਦੇ ਉੱਤੇ ਚੁੱਪ ਨਹੀਂ ਰਹਾਂਗੇ। ਸਾਡੀ ਕਾਂਗਰਸ ਪਾਰਟੀ ਬਿਲਕੁਲ ਸ਼ਾਂਤ ਨਹੀਂ ਰਹੇਗੀ। ਅਸੀਂ ਇਸ ਮੁੱਦੇ ਨੂੰ ਗਲੀ ਗਲੀ, ਘਰ ਘਰ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਇਹ ਦੱਸਾਂਗੇ ਵੀ ਕਿਸ ਤਰੀਕੇ ਨਾਲ ਕੇਂਦਰ ਸਰਕਾਰ, ਜਿਹੜੀ ਮੋਦੀ ਸਰਕਾਰ ਹੈ, ਰਾਹੁਲ ਗਾਂਧੀ ਨਾਲ ਧੱਕਾ ਕਰ ਰਹੀ ਹੈ, ਕਾਂਗਰਸ ਨਾਲ ਧੱਕਾ ਕਰ ਰਹੀ ਹੈ। ਕਿਉਂਕਿ ਇਹ ਕਦੀ ਵੀ ਜਦੋਂ ਜ਼ਰੂਰੀ ਮੁੱਦਿਆਂ ਦੇ ਉੱਤੇ ਕਦੀ ਜਵਾਬ ਨਹੀਂ ਦਿੰਦੇ, ਉਸ ਲਈ ਚੁੱਪ ਕਰ ਜਾਂਦੇ ਆ ਔਰ ਹਮੇਸ਼ਾ ਹੀ ਪਿਛਲੇ ਚੋਰ ਦਰਵਾਜ਼ੇ ਰਾਹੀਂ ਧੱਕਾ ਕਰਦੇ ਆ। ਔਰ ਇਹ ਧੱਕਾ ਪਿਛਲੇ ਕਈਆਂ ਸਾਲਾਂ ਤੋਂ ਆਮ ਜਨਤਾ ਵੀ ਦੇਖ ਰਹੀ, ਅਸੀਂ ਲੋਕ ਵੀ ਦੇਖ ਰਹੇ ਹਾਂ। ਔਰ ਇਸ ਨੂੰ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮੈਂ ਦੱਸਣਾ ਚਾਹਾਂਗਾ ਵੀ ਅਸੀਂ ਇਸ ਮੁੱਦੇ ਨੂੰ ਬਿਲਕੁਲ ਲੋਕਾਂ ਦੇ ਵਿੱਚ ਲੈ ਕੇ ਔਰ ਘਰ ਘਰ ਲੋਕਾਂ ਤੱਕ ਜਾਵਾਂਗੇ, ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਦੱਸਾਂਗੇ ਵੀ ਰਾਹੁਲ ਗਾਂਧੀ ਜੀ ਨਾਲ ਕਿੱਦਾਂ ਧੱਕਾ ਹੋ ਰਿਹਾ। ਇਹ ਤੁਹਾਡੇ ਸਾਹਮਣੇ ਹੀ ਹੈ। ਨਹੀਂ ਤੇ 1 ਮਹੀਨੇ ਦੇ ਵਿੱਚ ਵੀ ਕਦੀ ਤੁਸੀਂ ਵੀ, ਤੁਹਾਨੂੰ ਵੀ ਇੰਨੀ ਲਾਈਫ ਹੋ ਗਈ, ਕਿਆ ਦੱਸੋ ਕਿਸੇ ਕੇਸ ਦਾ ਫੈਸਲਾ ਕਦੀ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਇਆ? ਜਦੋਂ ਕਿ ਹਲੇ ਕੇਸ ਲੱਗਦੇ ਪੜ੍ਹਦੇ ਤੱਕ ਜਾਂਦਾ ਤੇ ਔਰ ਲੋਅਰ ਕੋਰਟ ਨੇ ਹੀ ਐਡਾ ਵੱਡਾ ਫੈਸਲਾ ਦੇ ਦਿੱਤਾ। ਇੱਥੇ ਮੈਂ ਕੁਝ ਗੱਲਾਂ ਰੱਖਾਂਗੀ ਜਿਹਦੇ ਵਿੱਚ ਅਸੀਂ ਖਾਸ ਤੌਰ ਤੇ ਇਹ ਜ਼ਾਹਿਰ ਹੋਏਗਾ ਕਿ ਰਾਹੁਲ ਗਾਂਧੀ ਜੀ ਦੀ ਸਦੱਸਤਾ ਨੂੰ ਰੱਦ ਕਰਨ ਵਾਸਤੇ ਕੇਂਦਰ ਸਰਕਾਰ ਨੇ ਕੀ ਚਾਲਾਂ ਚੱਲੀਆਂ ਨੇ ਔਰ ਜਿਹੜੇ ਕਿ ਖਾਸ ਤੌਰ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ ਹੋਈ ਨਜ਼ਰ ਆਉਂਦੀਆਂ ਨੇ। ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਰਾਹੁਲ ਗਾਂਧੀ ਜੀ ਦੀ ਐਮਪੀ ਸਦੱਸਤਾ ਨੂੰ ਵਿਦਿਨ 1 ਮੰਥ ਦੇ ਵਿੱਚ ਸਾਰਾ ਡਿਸੀਜਨ ਲੈ ਕੇ ਉਹਨਾਂ ਦੀ ਮੈਂਬਰਸ਼ਿਪ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਭਾਜਪਾ ਸਰਕਾਰ ਵੱਲੋਂ। ਔਰ ਇਹ ਕਿਸ ਤਰ੍ਹਾਂ ਸਟਾਰਟ ਹੋਇਆ, ਕਿਉਂ ਹੋਇਆ, ਅੱਜ ਇਹਦੇ ਬਾਰੇ ਚਰਚਾ ਕਰਾਂਗੇ। ਮੈਂ ਦੱਸਣਾ ਚਾਹਾਂਗੀ 13 ਅਪ੍ਰੈਲ 2019 ਨੂੰ ਦੇਸ਼ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਕਰਨਾਟਕਾ ਦੇ ਵਿੱਚ ਚੋਣਾਂ ਦੌਰਾਨ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ, ਜਿੱਥੇ ਉਹਨਾਂ ਨੇ ਭਾਸ਼ਣ ਦੇ ਵਿੱਚ ਖਾਸ ਤੌਰ ਤੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਚੋਰੀ ਕਰਨ ਵਾਲਿਆਂ ਪਿੱਛੇ ਮੋਦੀ ਕਿਉਂ ਲੱਗਿਆ ਜਾ ਰਿਹਾ, ਜਿੱਦਾਂ ਕਿ ਨਰਿੰਦਰ ਮੋਦੀ, ਲਲਿਤ ਮੋਦੀ, ਨੀਰਵ ਮੋਦੀ। ਹਾਲਾਂਕਿ ਉਹਨਾਂ ਨੇ ਇਹ ਕਦੀ ਵੀ ਸਪਸ਼ਟੀਕਰਨ ਨਹੀਂ ਕੀਤਾ, ਨਾ ਉਹਨਾਂ ਨੇ ਆਪਣੇ ਵੱਲੋਂ ਇਹ ਕਿਹਾ ਕਿ ਦੇਸ਼ ਦੇ ਸਾਰੇ ਹੀ ਮੋਦੀ ਜਿਹੜੇ ਨੇ ਉਹ ਭ੍ਰਸ਼ਟ ਨੇ, ਨਾ ਹੀ ਇਹ ਤੋਂ ਇਹ ਸਾਬਿਤ ਹੁੰਦਾ ਹੈਗਾ। ਔਰ ਮੇਰੇ ਖਿਆਲ ਦੇ ਵਿੱਚ ਇਹ ਗੱਲ ਕਰਨੀ, ਨਾ ਹੀ ਇਹ ਬਿਆਨ ਕਰਦੀ ਹੈ ਕਿ ਉਹਨਾਂ ਨੇ ਕਿਸੇ ਵਰਗ ਨੂੰ, ਕਿਸੇ ਕਮਿਊਨਿਟੀ ਨੂੰ ਜਾਂ ਕਿਸੇ OBC ਦੇ ਵਰਗ ਨੂੰ ਉਹਨਾਂ ਨੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਹੋਏਗਾ ਨਰਿੰਦਰ ਮੋਦੀ ਜੀ ਨੇ ਜਾਂ ਭਾਜਪਾ ਸਰਕਾਰ ਨੇ ਕਿ ਇਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਵਾਲੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਜਲਦੀ ਤੋਂ ਜਲਦੀ ਸਪਰੈਸ ਕੀਤਾ ਜਾਏ, ਖਤਮ ਕੀਤੀ ਜਾਏ, ਰੋਕੀ ਜਾ ਸਕੇ। ਉਹਨਾਂ ਤੇ ਸਜ਼ਾ ਵੀ ਸੁਣਵਾਈ ਗਈ ਔਰ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਕਿਸੇ ਤੇ ਮਾਨਹਾਨੀ ਦਾ ਕੇਸ ਪਿਆ ਹੋਏ ਜਾਂ ਡੈਫਾਮੇਸ਼ਨ ਦਾ ਕੇਸ ਪਿਆ ਹੋਏ ਔਰ ਉਹਦੇ ਤੇ ਵਿਦਿਨ 1 ਮੰਥ ਉਹਦੇ ਤੇ ਸਜ਼ਾ ਵੀ ਸੁਣਵਾ ਦਿੱਤੀ ਗਈ ਹੋਏ ਔਰ ਉਹਨਾਂ ਦੀ ਮੈਂਬਰਸ਼ਿਪ ਰੱਦ ਵੀ ਕਰ ਦਿੱਤੀ ਹੋਏ। ਇਹ ਸਾਫ਼ ਤੌਰ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਭਾਜਪਾ ਸਰਕਾਰ ਡਰੀ ਹੋਈ ਹੈ ਔਰ ਇਸ ਚੀਜ਼ ਦੇ ਉੱਤੇ ਜਵਾਬ ਨਾ ਦੇਣ ਕਰਕੇ, ਲੋਕ ਸਭਾ ਦੇ ਵਿੱਚ ਸਪੀਚਲੈਸ ਹੋਣ ਕਰਕੇ, ਰਾਹੁਲ ਗਾਂਧੀ ਜੀ ਦੇ ਲਗਾਤਾਰ ਅਡਾਨੀ ਜੀ ਤੇ ਸਵਾਲ ਪੁੱਛਣ ਕਰਕੇ, ਇਹ ਸਵਾਲ ਜਿਹੜੇ ਸੀਗੇ ਉਹਨਾਂ ਦੇ ਦੱਬਣ ਕਰਕੇ ਇਹ ਸਾਰਾ ਦਾ ਸਾਰਾ ਢੋਂਗ ਰਚਿਆ ਗਿਆ, ਜਿੱਥੇ ਖਾਸ ਤੌਰ ਤੇ ਇਹ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਸਰਕਾਰ, ਨਰਿੰਦਰ ਮੋਦੀ ਜੀ ਉਹਨਾਂ ਦੇ ਸਵਾਲਾਂ ਤੋਂ ਬੁਖਲਾਈ ਹੋਈ ਹੈ। ਔਰ ਸਾਡਾ ਸਭ ਤੋਂ ਵੱਡਾ ਸਵਾਲ
ਗੌਤਮ ਅਡਾਨੀ ਜੀ ਕੋਲ ਆਇਆ 20,000 ਕਰੋੜ ਰੁਪਏ ਦਾ ਜਿਹੜਾ ਪੈਸਾ ਹੈਗਾ, ਇਹ ਕਿੱਥੋਂ ਆਇਆ? ਇਹ ਕਿਸ ਤਰ੍ਹਾਂ ਆਇਆ? ਵਿਦੇਸ਼ੀ ਕੰਪਨੀਆਂ ਦਾ ਬਾਹਰੋਂ ਆਇਆ ਪੈਸਾ। ਕਿਆ ਇਹ ਸਿਆਸੀ ਪੈਸਾ ਹੈਗਾ? ਔਰ ਜਿਸ ਕੰਪਨੀ ਦਾ ਪੈਸਾ, ਜਿਸ ਕੰਪਨੀ ਦਾ ਸ਼ੇਅਰ ਪ੍ਰਾਈਸ 1 ਤੋਂ 2 ਰੁਪਇਆ ਹੋਵੇ, ਉਹ ਰਾਤੋਂ ਰਾਤ 3000 ਰੁਪਏ ਨੂੰ ਟੱਚ ਕਰ ਜੇ। ਔਰ ਕਿਆ ਇਹਦੇ ਵਿੱਚ ਕੋਈ ਚਾਲ ਨਹੀਂ ਲੱਗਦੀ? ਐਸਾ ਕਿਹੜਾ ਪ੍ਰੋਡਕਟ ਤੁਸੀਂ ਕੰਪਨੀ ਨੇ ਬਣਾਤਾ ਕਿ ਰਾਤੋਂ ਰਾਤ ਲੋਕਾਂ ਨੇ ਉੱਤੇ ਪੈਸੇ ਇਨਵੈਸਟ ਕਰਨੇ ਸ਼ੁਰੂ ਕਰ ਦਿੱਤੇ? ਔਰ ਭਾਜਪਾ ਸਰਕਾਰ ਨੇ, ਨਰਿੰਦਰ ਮੋਦੀ ਜੀ ਨੇ LIC ਔਰ ਉਸ ਤੋਂ ਬਾਅਦ SBI ਦਾ ਪੈਸਾ, ਜਿਹੜਾ ਲੋਕਾਂ ਦਾ ਸੇਵਿੰਗਸ ਦਾ ਪੈਸਾ, ਆਮ ਲੋਕਾਂ ਦਾ ਪੈਸਾ, ਉੱਥੇ ਲੱਖਾਂ ਦੀ ਤਾਦਾਦ ਦੇ ਉੱਤੇ ਉਹਨਾਂ ਦਾ ਕੰਪਨੀ ਦੀ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾ ਦਿੱਤਾ। ਔਰ ਇਹ ਪੈਸਾ ਵਾਪਸ ਕਿਸ ਤਰ੍ਹਾਂ ਆਏਗਾ? ਜਦੋਂ ਹਿਡਨਬਰਗ ਦੀ ਰਿਪੋਰਟ ਆਈ ਕਿ ਆਰਟੀਫਿਸ਼ੀਅਲ ਇਨਵੈਸਟਮੈਂਟਸ ਕੀਤੀਆਂ ਜਾ ਰਹੀਆਂ, ਇਹ ਮੋਦੀ ਜੀ, ਅਡਾਨੀ ਜੀ ਵੱਲੋਂ, ਲਲਿਤ ਮੋਦੀ ਜੀ ਵੱਲੋਂ, ਜਦੋਂ ਇਹਨਾਂ ਤੇ ਇੰਨੇ ਕੇਸ ਪੈ ਰਹੇ ਨੇ, ਇੰਨੀਆਂ ਸਾਰੇ ਕੁਐਸਚਨ ਰੇਜ਼ ਹੋ ਰਹੇ ਨੇ, ਅੱਜ ਵੀ ਸਾਰੇ ਲੋਕ, ਸਰਕਾਰ ਜਿਹੜੀ ਚੁੱਪ ਕਰਕੇ ਬੈਠੀ ਹੈ। ਔਰ ਸਭ ਤੋਂ ਵੱਡਾ ਸਵਾਲ, ਡੈਫਾਮੇਸ਼ਨ ਦਾ ਕੇਸ ਪਾਣਾ, ਮੈਂ ਨਹੀਂ ਕਹਿੰਦੀ ਇਹ ਕੋਈ ਗਲਤ ਹੈ, ਪਰ ਉਹਨਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਅੱਜ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ 523 ਦੇ ਵਿੱਚੋਂ 269 ਜਿਹੜੇ ਲੋਕ ਸਭਾ ਭਾਜਪਾ ਦੇ ਮੈਂਬਰਸ ਨੇ, ਅੱਜ ਉਹਨਾਂ ਤੇ ਹੀਨੀਅਸ ਔਰ ਆਫੈਂਸਿਵ ਕ੍ਰਾਈਮਸ ਚੱਲ ਰਹੇ ਨੇ, ਅਟੈਂਪਟ ਟੂ ਮਰਡਰ ਦੇ ਕੇਸਿਸ ਚੱਲ ਰਹੇ ਨੇ। ਅੱਜ ਉਹਨਾਂ ਤੇ ਕੋਈ ਡੈਫਾਮੇਸ਼ਨ ਦਾ ਕੇਸ ਨਹੀਂ, ਅੱਜ ਉਹਨਾਂ ਦੀ ਕੋਈ ਸਦੱਸਿਅਤਾ ਨਹੀਂ ਰੱਦ ਕੀਤੀ ਜਾ ਰਹੀ। ਉਹ ਉੱਥੇ ਬੈਠ ਕੇ ਭਾਜਪਾ ਸਰਕਾਰ ਦਾ ਲੁਫਤ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਜਿਹੜੀ ਸਰਕਾਰ ਨੇ, ਭਾਜਪਾ ਸਰਕਾਰ ਨੇ, ਸਾਡੇ ਕਾਂਗਰਸ ਪਾਰਟੀ ਦੇ ਲੀਡਰਸ ਔਰ ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਲੀਦਾਨ ਦੇ ਦਿੱਤਾ, ਸ਼ਹਾਦਤਾਂ ਦੇ ਦਿੱਤੀਆਂ, ਔਰ ਉਹਨਾਂ ਦੇ ਉੱਤੇ ਐਸੇ ਵਰਡ ਯੂਜ਼ ਕਰਨਾ ਕਿ ਕਾਂਗਰਸ ਦੇ ਇੱਕ ਵਿਧਵਾ ਜੈਸੇ ਵਰਡ ਯੂਜ਼ ਕੀਤੇ ਗਏ। ਔਰ ਸਾਡੇ ਦੇਸ਼ ਦੇ ਨਹਿਰੂ ਜੀ ਹੋਣ, ਰਾਜੀਵ ਗਾਂਧੀ ਜੀ ਹੋਣ, ਇਹਨਾਂ ਸਾਰਿਆਂ ਲਈ ਭੱਦੇ ਸ਼ਬਦਾਵਲੀ ਇਸ ਭਾਜਪਾ ਸਰਕਾਰ ਲਈ ਯੂਜ਼ ਕੀਤੇ ਗਏ। ਸਦਾਮ ਜੈਸੇ ਵਰਡ ਯੂਜ਼ ਕੀਤੇ ਗਏ। ਕਿਆ ਇਹਨਾਂ ਤੇ ਕੋਈ ਡੈਫਾਮੇਸ਼ਨ ਦਾ ਕੇਸ ਨਹੀਂ ਬਣਦਾ? ਸਿਰਫ ਇਹਨਾਂ ਨੂੰ ਸੱਤਾ ਦੇ ਵਿੱਚ ਰਹਿਣ ਕਰਕੇ ਜਿਹੜੇ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ, ਸੱਚ ਪੁੱਛ ਰਹੇ ਨੇ, ਲੋਕਾਂ ਦੀ ਆਵਾਜ਼ ਪੁੱਛ ਰਹੇ ਨੇ, ਜੋ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਨੇ, ਉਹਨਾਂ ਦੀ ਤੁਸੀਂ ਆਵਾਜ਼ ਨੂੰ ਸਪਰੈਸ ਕਰਨ ਲਈ ਇੰਨੀਆਂ ਪੱਦੇ ਜਿਹੜੇ ਤੁਸੀਂ ਆਪਣੇ ਚਾਲਾਂ ਚੱਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਔਰ ਐਸੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਹੋ। ਕਿਆ ਤੁਹਾਡੇ ਤੇ ਕੋਈ ਡੈਫਾਮੇਸ਼ਨ ਦਾ ਕੇਸ ਨਹੀਂ ਬਣਦਾ? ਜਲਦ ਤੋਂ ਜਲਦ ਇਸ ਚੀਜ਼ ਨੂੰ ਡਿਸਕੁਆਲੀਫਾਈ ਜੋ ਕੀਤਾ, ਉਸ ਚੀਜ਼ ਤੇ ਦੁਬਾਰਾ ਰਿਵਿਊ ਕਰਕੇ, ਹਾਈ ਕੋਰਟ ਦੇ ਵਿੱਚ ਵੀ ਜੇ ਕੇਸ ਲੱਗਿਆ ਤੇ ਹਜੇ ਕੋਰਟ ਦੇ ਕੇਸਿਸ ਦੀ ਅਸੀਂ ਗੱਲ ਕਰੀਏ, ਰਿਵਿਊ ਪਟੀਸ਼ਨ ਇਸ ਹਜੇ ਪੈਂਡਿੰਗ ਹੈਗੀ ਹੈ ਔਰ ਜੋ ਉਸ ਤੇ ਕੀਤਾ ਜਾਏ, ਸੁਪਰੀਮ ਕੋਰਟ ਦੇ ਆਰਡਰ ਜਿਹੜੇ ਪੈਂਡਿੰਗ ਹੈਗੇ ਨੇ, ਕਾਫੀ ਸਾਰੇ ਜਿਨ੍ਹਾਂ ਦੇ ਉਹ ਡਿਸਕੁਆਲੀਫਾਈਡ ਹੋਏ ਆ। ਅਸੀਂ ਇਸ ਤੇ ਡਟ ਕੇ ਲੜਾਂਗੇ ਵੀ, ਵਿਰੋਧ ਵੀ ਕਰਾਂਗੇ ਔਰ ਜਦੋਂ ਤੱਕ ਇਸ ਚੀਜ਼ ਤੇ ਰਿਵਿਊ ਦੁਬਾਰਾ ਨਹੀਂ ਕੀਤਾ ਜਾਂਦਾ ਕੇਂਦਰ ਸਰਕਾਰ ਵੱਲੋਂ, ਸਾਡੀ ਕਾਂਗਰਸ ਪਾਰਟੀ ਇਹਦਾ ਡਟ ਕੇ ਲਗਾਤਾਰ ਵਿਰੋਧ ਕਰਦੀ ਰਹੇਗੀ। ਡੀਸੀਜ਼ਨ ਕੋਰਟ ਨੇ ਦਿੱਤਾ, ਬੜੀ ਜਲਦੀ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ, ਅਸੀਂ ਪੂਰਾ ਸਤਿਕਾਰ ਕਰਦੇ ਹਾਂ ਉਸ ਚੀਜ਼ ਦਾ, ਬਟ ਇਸ ਚੀਜ਼ ਤੇ ਵੀ ਸਾਨੂੰ ਗੌਰ ਫਰਮਾਉਣਾ ਚਾਹੀਦਾ ਕਿ ਤੁਸੀਂ ਸੁਣਿਆ ਹੋਏਗਾ ਕਿ ਜਿਸ ਜੱਜ ਸਾਹਿਬ ਨੇ ਇਹ ਆਰਡਰ ਦਿੱਤੇ ਨੇ, ਉਹਨਾਂ ਨੂੰ ਬਹੁਤ ਰੀਸੈਂਟਲੀ, ਜਿਸ ਤਰ੍ਹਾਂ ਸਾਡੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਵੀ ਦੱਸਿਆ ਕਿ ਉਹਨਾਂ ਨੂੰ ਇਨਸਟੈਂਟ ਉਹਨਾਂ ਨੂੰ ਪ੍ਰਮੋਸ਼ਨ ਵੀ ਦੇ ਦਿੱਤੀ ਗਈ ਹੈ। ਸੋ ਇਹਦੇ ਬਾਰੇ ਵੀ ਸਵਾਲ ਕਰਨਾ ਬਣਦਾ, ਕਿਆ ਉਹਨਾਂ ਦੀ ਪ੍ਰਮੋਸ਼ਨ ਔਰ ਇਸ ਜਜਮੈਂਟ ਦੇਣੀ ਔਰ ਇਸ ਮੁੱਦੇ ਤੇ ਜਜਮੈਂਟ ਦੇਣੀ, ਕਿਆ ਇਹ ਲਿੰਕ ਕਰਦੇ ਹੈ ਕਿ ਨਹੀਂ ਕਰਦੇ? ਅਸੀਂ ਸਤਿਕਾਰ ਕਰਦੇ ਹਾਂ, ਬਟ ਜੋ ਇਸ ਟਾਈਮ ਜੋ ਡਿਸੀਜਨ ਆਇਆ, ਇਸ ਤੇ ਅਸੀਂ ਬਿਲਕੁਲ ਵੀ ਸਪੋਰਟ ਨਹੀਂ ਕਰਦੇ। ਸਾਥੀਓ, ਇਹ ਸਾਡੇ ਇੱਕ ਪਿੱਛੇ ਇੱਕ ਬੈਨਰ ਲੱਗਾ ਹੈ ਜਿਹਦੇ ਤੇ ਲਿਖਿਆ ਹੋਇਆ ਹੈ ਕਿ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਸੱਤਿਆਗ੍ਰਹਿ। ਇਸ ਸਮੇਂ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਚੀਜ਼ ਨੂੰ ਖਤਰਾ ਹੈ ਤੇ ਉਹ ਖਤਰਾ ਹੈ ਸਾਡੇ ਸੰਵਿਧਾਨ। ਉਹ ਸੰਵਿਧਾਨ ਜਿਹਨੂੰ ਬਾਬਾ ਸਾਹਿਬ ਅੰਬੇਦਕਰ ਨੇ ਭਾਰਤ ਵਾਸੀਆਂ ਨੂੰ ਦਿੱਤਾ ਸੀ ਔਰ ਜਿੰਨਾ ਅਸੀਂ ਮਾਨ ਸਨਮਾਨ ਆਪਣੇ ਧਾਰਮਿਕ ਗ੍ਰੰਥਾਂ ਦਾ ਕਰਦੇ ਹਾਂ, ਉਨਾ ਹੀ ਅਸੀਂ ਮਾਨ ਸਨਮਾਨ ਇਸ ਪਵਿੱਤਰ ਗ੍ਰੰਥ ਜਿਹੜਾ ਸਾਡਾ ਸੰਵਿਧਾਨ ਹੈ, ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ, ਭਾਰਤ ਦਾ ਸੰਵਿਧਾਨ, ਉਹਦਾ ਵੀ ਅਸੀਂ ਕਰਦੇ ਹਾਂ। ਉਹ ਮਹੀਨੇ ਦੀ ਯਾਤਰਾ ਜਿਹੜੀ ਹੈ ਲਗਾਤਾਰ ਉਹਨਾਂ ਨੇ ਪੈਦਲ ਚੱਲ ਕੇ ਇਸ ਦੇਸ਼ ਨੂੰ ਦੇ ਵਿੱਚ ਕੱਢੀ, ਲੋਕਾਂ ਦੀ ਗੱਲ ਸੁਣੀ, ਲੋਕਾਂ ਦੀ ਆਵਾਜ਼ ਬਣੇ, ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ ਔਰ ਇੰਨਾ ਡਰ ਗਈ ਹੈ ਸਰਕਾਰ ਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਲਈ ਇਹਨਾਂ ਨੂੰ ਹੋਰ ਕੁਝ ਨਹੀਂ ਲੱਭਾ ਤੇ ਮਾਨਹਾਨੀ ਦੇ ਕੇਸ ਦੇ ਵਿੱਚ ਮੈਕਸਿਮਮ ਸਜ਼ਾ ਕਰਾ ਕੇ ਉਹਨਾਂ ਦੀ ਮੈਂਬਰਸ਼ਿਪ ਸਿੱਧੇ ਰੂਪ ਦੇ ਵਿੱਚ ਜਿਹੜੀ ਰੱਦ ਕਰ ਦਿੱਤੀ। ਕੀ ਇਹ ਲੋਕਤੰਤਰ ਦੀ ਹੱਤਿਆ ਨਹੀਂ? ਕੀ ਇਹ ਲੋਕਤੰਤਰ ਦਾ ਘਾਣ ਨਹੀਂ? ਕਿ ਸਵਾਲ ਪੁੱਛਣਾ, ਜੇ ਪ੍ਰੈਸ ਦਾ ਅਧਿਕਾਰ ਹੈ ਸਵਾਲ ਪੁੱਛਣਾ, ਤੇ ਆਮ ਲੋਕਾਂ ਦਾ ਵੀ ਸਵਾਲ ਹੈ, ਅਧਿਕਾਰ ਹੈ ਸਵਾਲ ਪੁੱਛਣਾ, ਔਰ ਇੱਕ ਚੁਣੇ ਹੋਏ ਨੁਮਾਇੰਦੇ ਦਾ ਵੀ ਅਧਿਕਾਰ ਹੈ
ਕਿ ਉਹ ਸਵਾਲ ਪੁੱਛੇ, ਔਰ ਸਵਾਲ ਕਿਹਦੇ ਕੋਲੋਂ ਪੁੱਛੇਗਾ? ਉਹ ਸਰਕਾਰ ਦੇ ਕੋਲੋਂ। ਔਰ ਸਰਕਾਰ ਜਿਹੜੀ ਹੈ ਉਹ ਇਸ ਚੀਜ਼ ਤੋਂ ਭੱਜ ਰਹੀ ਸੀ। ਹੁਣ ਇਹਦੇ ਜਿਹੜੇ ਰਿਜ਼ਲਟ ਆਉਣਗੇ, ਜਿਹੜੇ ਇਹਦੇ ਨਤੀਜੇ ਆਉਣਗੇ, ਉਹ ਨਤੀਜੇ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਸਿੱਟੇ ਕੋਈ ਬਹੁਤ ਚੰਗੇ ਨਹੀਂ। ਜੇ ਸੰਵਿਧਾਨ ਬਚੇਗਾ ਤੇ ਦੇਸ਼ ਬਚੇਗਾ, ਅਸੀਂ ਸਾਰੇ ਲੋਕ ਬਚਾਂਗੇ। ਅਸੀਂ ਸੰਵਿਧਾਨ ਨੂੰ ਬਚਾਉਣ ਲਈ ਇੱਕ ਯਾਤਰਾ ਜਿਹੜੀ ਪੰਜਾਬ ਭਰ ਦੇ ਵਿੱਚ ਮਾਰਚ ਵੀ ਕੱਢ ਰਹੇ ਹਾਂ। ਅੱਜ ਪੂਰੇ ਦੇਸ਼ ਭਰ ਦੇ ਵਿੱਚ, ਸਿਰਫ ਪੰਜਾਬ 'ਚ ਨਹੀਂ, ਪੂਰੇ ਦੇਸ਼ ਭਰ ਦੇ ਵਿੱਚ ਜਿੰਨੀਆਂ ਵੀ ਤਕਰੀਬਨ ਕੋਈ 4500 ਵਿਧਾਨ ਸਭਾ ਨੇ ਪੂਰੇ ਦੇਸ਼ ਭਰ ਦੇ ਵਿੱਚ, ਪੂਰੇ ਦੇਸ਼ ਭਰ ਦੇ ਵਿੱਚ ਅੱਜ ਜਿਹੜੀ ਹੈ ਉਹ ਇਸੇ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਿਸ ਤੁਹਾਡੇ ਰੂਬਰੂ ਹੋ ਕੇ, ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਦੇ ਵਿੱਚ ਆਪਣੀ ਇਸ ਗੱਲ ਨੂੰ ਲੈ ਕੇ ਜਾ ਰਹੇ ਹਾਂ। ਸੰਵਿਧਾਨ ਨੂੰ ਬਚਾਉਣ ਲਈ ਰਾਹੁਲ ਗਾਂਧੀ ਹੁਣਾਂ ਦੀ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਈ ਹੈ ਗਲਤ ਤਰੀਕੇ ਦੇ ਨਾਲ, ਉਸ ਦੀ ਆਵਾਜ਼ ਚੁੱਕਣ ਲਈ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਜਾ ਰਹੇ ਹਾਂ। ਔਰ ਇਸ ਤੋਂ ਬਾਅਦ ਅਸੀਂ, ਜਿਵੇਂ ਐਮਐਲਏ ਸਾਹਿਬ ਨੇ ਦੱਸਿਆ, ਕਿ ਪਿੰਡ ਪਿੰਡ, ਸ਼ਹਿਰ ਸ਼ਹਿਰ ਅਸੀਂ ਆਪਣੇ ਹਰ ਬਲਾਕ ਦੇ ਵਿੱਚ, ਹਰ ਗਲੀ ਮੁਹੱਲੇ ਦੇ ਵਿੱਚ ਮੀਟਿੰਗਾਂ ਵੀ ਕਰਾਂਗੇ, ਮਾਰਚ ਵੀ ਕਰਾਂਗੇ, ਕੈਂਡਲ ਮਾਰਚ ਵੀ ਕਰਾਂਗੇ, ਰੋਸ ਪ੍ਰਦਰਸ਼ਨ ਵੀ ਕਰਾਂਗੇ। ਔਰ ਇਹ ਸਿਰਫ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਇੱਕ ਲੀਡਰ ਨੂੰ ਬਚਾਉਣ ਦੀ ਕਵਾਇਦ ਨਹੀਂ ਹੈ, ਇਹ ਦੇਸ਼ ਨੂੰ, ਸੰਵਿਧਾਨ ਨੂੰ ਬਚਾਉਣ ਲਈ ਅੱਜ ਜਿਹੜਾ ਇਹ ਉਪਰਾਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਔਰ ਅਸੀਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕੇਂਦਰ 'ਚ ਬੈਠੀ ਇਸ ਤਾਨਾਸ਼ਾਹ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਫੈਸਲੇ ਜਿਨ੍ਹਾਂ ਦੇ ਸਿੱਟੇ ਨੇ ਉਹ ਬੜੇ ਹਾਨੀਕਾਰਕ ਨਿਕਲਦੇ ਨੇ, ਐਸੇ ਫੈਸਲੇ ਲੈਣ ਤੋਂ ਗੁਰੇਜ਼ ਕੀਤਾ ਜਾਵੇ, ਤਾਂ ਕਿ ਜਿਹੜਾ ਇਸ ਦੇਸ਼ ਦੀ ਇੱਕ ਜਿਹੜੀ ਅਸੀਂ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਇੱਕ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਇੱਕ ਸਾਡਾ ਇੱਕ ਸਮਾਜਿਕ ਤਾਣਾ ਬਾਣਾ ਜਿਹੜਾ ਸੋਸ਼ਲ ਇੰਜੀਨੀਅਰਿੰਗ ਦਾ ਜਿਹੜਾ ਹੈ ਉਹ ਖਰਾਬ ਨਾ ਹੋਵੇ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅੱਜ ਤੁਹਾਡੇ ਲਈ, ਸਾਡੇ ਲਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਜਿਹੜੀ ਹੈ ਉਹ ਅਸੀਂ ਲੜੀਏ। ਬਸ ਇੰਨੀ ਗੱਲ ਨਾਲ ਜਿਹੜੀ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਨੂੰ ਖਤਮ ਕਰਦੇ ਹਾਂ। ਔਰ ਤੁਸੀਂ, ਤੁਹਾਡਾ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਕਿ ਤੁਸੀਂ ਆਏ। ਔਰ ਇਹ ਵੀ ਤੁਹਾਡੇ ਤੋਂ ਤਾਕੀਦ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਆਪਣੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ, ਇਲੈਕਟ੍ਰੋਨਿਕ, ਪ੍ਰੈਸ, ਪ੍ਰਿੰਟ ਔਰ ਵੈਬ ਦੇ ਰਾਹੀਂ ਤੁਸੀਂ ਲੋਕਾਂ ਤੱਕ ਲੈ ਕੇ ਜਾਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ, ਜੈ ਭਾਰਤ।